ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਲੜੀਵਾਰ ਚੱਲ ਰਹੀ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ। ਸੋ 6ਵੀਂ ਅਸ਼ਟਪਦੀ ਦੀ 4 ਪਦਿਆਂ ਤੱਕ ਵਿਚਾਰ ਸਾਡੀ ਸੰਪੂਰਨ ਹੋਈ ਸੀ। ਸੋ 6ਵੀਂ ਅਸ਼ਟਪਦੀ ਦੀ 5ਵੇਂ ਪਦੇ ਦੀ ਵਿਚਾਰ ਪ੍ਰਾਰੰਭ ਹੋਣ ਜਾ ਰਹੀ ਹੈ। ਸੋ ਆਓ ਇਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਾਹਿਗੁਰੂ ਸਾਹਿਬ ਜੀ। ਜਿਹ ਪ੍ਰਸਾਦ ਕਰਹਿ ਪੁੰਨ ਬਹੁ ਦਾਨ। ਭਾਈ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਤੇਰੇ ਕੋਲ ਪਦਾਰਥ ਆ, ਤੂੰ ਪੁਰਬਾਂ ਦੇ ਵਕਤ 'ਚ ਪੁੰਨ ਕਰਦਾ ਹੈ, ਸੁੱਖਾਂ ਦੇ ਵਕਤ ਬਹੁਤ ਪੁੰਨ ਅੰਨ ਆਦਿਕ ਦਾਨ ਕਰਦਾ ਹੈ। ਮਨ 8 ਪਹਿਰ ਕਰ ਤਿਸ ਕਾ ਧਿਆਨ। ਏ ਮਨਾ, ਮਾਣ 'ਚ ਨਾ ਪੈ ਜਾਈਂ, 8 ਪਹਿਰ ਉਸ ਵਾਹਿਗੁਰੂ ਦਾ ਸ਼ੁਕਰ ਕਰ, ਉਸ ਦਾ ਧਿਆਨ ਕਰ, ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਇਹ ਪੁੰਨ ਦਾਨ ਕਰਨ ਦੇ ਲਾਇਕ ਬਣਾਇਆ ਹੈ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਸ੍ਰੇਸ਼ਟਾਚਾਰ ਹੈ, ਲੋਕ ਕਹਿੰਦੇ ਬਹੁਤ ਚੰਗੇ ਕੰਮ ਕਰਨ ਵਾਲਾ ਹੈ, ਜਿਹੜੇ ਸੋਹਣੇ ਤੇਰੇ ਵਿਹਾਰ ਚੱਲਦੇ ਆ। ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਭਾਈ, ਉਸ ਵਾਹਿਗੁਰੂ ਨੂੰ ਸਾਸ ਸਾਸ ਚਿਤਾਰ, ਜਿਹੜੇ ਗੁਣ ਤੈਨੂੰ ਦਿੱਤੇ ਆ ਮਹਾਰਾਜ ਜੀ ਨੇ। ਅਕਿਰਤ ਘਣ ਨਾ ਬਣ, ਉਸ ਨੂੰ ਹਮੇਸ਼ਾ ਚੇਤੇ ਕਰਿਆ ਕਰ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਭਾਈ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਸੋਹਣਾ ਸਰੂਪ ਮਹਾਰਾਜ ਨੇ ਬਣਾਇਆ ਹੈ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਸੁੰਦਰ ਸਰੂਪ ਜਿਸ 'ਚ ਸਮਾਈ ਹੋਈ ਹੈ, ਉਸ ਪ੍ਰਭੂ ਨੂੰ ਸਦਾ ਉਪਮਾ ਤੋਂ ਰਹਿਤ ਸਿਮਰਿਆ ਕਰ। ਜਿਹ ਪ੍ਰਸਾਦ ਤੇਰੀ ਨੀਕੀ ਜਾਤ। ਜਿਸ ਦੀ ਕਿਰਪਾ ਨਾਲ ਤੇਰੀ ਜਾਤ ਬੜੀ ਚੰਗੀ ਸੋਹਣੀ ਹੈ, ਤੈਨੂੰ ਮਨੁੱਖ ਬਣਾਇਆ ਹੈ। ਨੀਕੀ ਹੁੰਦਾ ਹੈ ਸੁੰਦਰ ਸੋਹਣੀ। ਜਿਵੇਂ ਆਉਂਦਾ ਹੈ ਰਾਮਦਾਸ ਸਰੋਵਰ ਨੀਕਾ, ਭਾਵ ਗੁਰੂ ਰਾਮਦਾਸ ਜੀ ਦਾ ਸਰੋਵਰ ਬੜਾ ਸੁੰਦਰ ਹੈ, ਬੜਾ ਸੋਹਣਾ ਹੈ। ਉੱਥੇ ਨੀਕਾ ਤੋਂ ਭਾਵ ਨਿੱਕਾ ਨਹੀਂ, ਨੀਕਾ ਦਾ ਮੀਨਿੰਗ ਹੈ, ਅਰਥ ਹੈ ਸੋਹਣਾ, ਸੁੰਦਰ। ਸਤਿਗੁਰੂ ਕਹਿੰਦੇ ਜਿਹ ਪ੍ਰਸਾਦ ਤੇਰੀ ਨੀਕੀ ਜਾਤ। ਭਾਈ, ਜਿਹਦੀ ਕਿਰਪਾ ਸਦਕਾ ਤੈਨੂੰ ਇਹ ਬੁੱਧੀ ਮਿਲੀ ਹੈ, ਦਿਮਾਗ ਮਿਲਿਆ ਹੈ, ਅੱਛੀ ਮੱਤ ਮਿਲੀ ਹੈ, ਇਹ ਨੀਕੀ ਜਾਤ ਬੜੀ ਸੋਹਣੀ ਮਨੁੱਖਾ ਜਾਤ ਮਿਲੀ ਹੈ। ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਭਾਈ, ਉਸ ਵਾਹਿਗੁਰੂ ਨੂੰ ਰਾਤ ਦਿਨ ਸਿਮਰਿਆ ਕਰ ਪਿਆਰਿਆ, ਵਿਸਾਰਿਆ ਨਾ ਕਰ ਕਦੇ ਵੀ। ਜਿਹ ਪ੍ਰਸਾਦ ਤੇਰੀ ਪਤ ਰਹਿ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੀ ਇੱਜ਼ਤ ਰਹਿ ਆਉਂਦੀ ਹੈ ਇਸ ਦੁਨੀਆ ਵਿੱਚ,
ਗੁਰ ਪ੍ਰਸਾਦ ਨਾਨਕ ਜਸ ਕਹੈ। ਸਤਿਗੁਰੂ ਜੀ ਕਹਿੰਦੇ ਗੁਰਾਂ ਦੀ ਕਿਰਪਾ ਨਾਲ ਕਹਿਣਾ ਕਰੀਏ, ਉਸ ਵਾਹਿਗੁਰੂ ਦੇ ਜਸ ਨੂੰ ਕਦੇ ਭੁਲਾਈਏ ਨਾ। ਜਿਹ ਪ੍ਰਸਾਦ ਸੁਨਹਿ ਕਰਨ ਨਾਦ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਬੋਲੇ ਆ ਉਹ ਕਿਹੜੇ ਕਿਤੋਂ ਲੈ ਆਉਂਦੇ ਆ ਕੰਨ। ਜਿਸ ਦੀ ਕਿਰਪਾ ਨਾਲ ਕੰਨਾਂ ਨਾਲ ਵਾਜਿਆਂ ਨੂੰ ਸੁਣਦਾ ਹੈ, ਉਸਤਤ ਨਾ ਸੁਣ, ਪਾਰ ਬ੍ਰਹਮ ਪਰਮੇਸ਼ਰ ਦਾ ਜਸ ਹੀ ਸੁਣ, ਆਪਣੀ ਕਦੇ ਵੀ ਉਸਤਤ ਨਾ ਸੁਣ। ਜਿਹ ਪ੍ਰਸਾਦ ਪੇਖੈ ਬਿਸਮਾਦ। ਭਾਈ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਅੱਖਾਂ ਨਾਲ ਅਸਚਰਜ ਵਸਤੂਆਂ ਨੂੰ ਵੇਖਦਾ ਹੈ, ਉਸ ਵਿਸਮਾਦ ਰੂਪ ਨੂੰ ਵੇਖ ਬਲਹਾਰੀ ਕੁਦਰਤ ਵਸਿਆ ਨੂੰ ਵੇਖਣਾ ਕਰ। ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ। ਜਿਹ ਦੀ ਕਿਰਪਾ ਕਰਕੇ ਅੰਮ੍ਰਿਤ ਰੂਪ ਬਚਨ ਤੂੰ ਮਿੱਠੇ ਬਚਨ ਰਸਨਾ ਕਰਕੇ ਬੋਲਦਾ ਹੈ, ਉਸ ਦੇ ਅੰਮ੍ਰਿਤ ਨਾਮ ਨੂੰ ਉਚਾਰਨਾ ਕਰ। ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਭਾਈ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਹਿਜੇ ਤੂੰ ਸੁਖ ਵਿੱਚ ਵਸਦਾ ਹੈ, ਉਸ ਪਰਮੇਸ਼ਰ ਦੇ ਵਿੱਚ ਸਥਿਤ ਹੋਵੇਂਗਾ ਜੇ ਮਹਾਰਾਜ ਦਾ ਸਿਮਰਨ ਕਰੇਗਾ। ਜਿਹ ਪ੍ਰਸਾਦ ਹਸਤ ਕਰ ਚੱਲੈ ਹੈ। ਜਿਸ ਦੀ ਕਿਰਪਾ ਨਾਲ ਹੱਥਾਂ ਨਾਲ ਤੂੰ ਕੰਮ ਕਰਦਾ ਹੈ, ਚੱਲੈ ਕਿਰਿਆ ਦਸੀ ਹੈ, ਪੈਰਾਂ ਨਾਲ ਤੁਰਦਾ ਹੈ, ਜਿਸ ਦੀ ਕਿਰਪਾ ਨਾਲ ਸਾਰੇ ਗੁਣ ਹੋ ਰਹੇ ਹਨ। ਜਿਹ ਪ੍ਰਸਾਦ ਸੰਪੂਰਨ ਫਲ ਹੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਸਾਰਿਆਂ ਫਲਾਂ ਕਰਕੇ ਤੂੰ ਫਲੀਭੂਤ ਹੋ ਰਿਹਾ ਹੈ। ਜਿਹ ਪ੍ਰਸਾਦ ਪਰਮ ਗਤ ਪਾਵੈ ਹੈ। ਭਾਈ ਜਿਸ ਮਹਾਰਾਜ ਦੀ ਕਿਰਪਾ ਕਰਕੇ ਕੈਵਲਯ ਮੁਕਤੀ ਨੂੰ ਤੂੰ ਪਾ ਲਵੇਂਗਾ। ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਹੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਹਿਜ ਸਰੂਪ ਦੇ ਸੁਖ ਵਿੱਚ ਤੂੰ ਸਹਿਜੇ ਹੀ ਸਮਾ ਜਾਵੇਂਗਾ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਸਾਧ ਸੰਗਤ ਜੀ, ਇਹਨਾਂ ਪੰਕਤੀਆਂ ਤੇ ਅਸੀਂ ਹੇਕ ਨਹੀਂ ਲਾ ਸਕਦੇ। ਜਦੋਂ ਅਸੀਂ ਹੇਕ ਲਾਉਂਦੇ ਹਾਂ ਲੰਬੀ, ਇਹ ਪਾਠ ਅਸ਼ੁੱਧ ਹੋ ਜਾਂਦਾ, ਪਾਠ ਸ਼ੁੱਧ ਨਹੀਂ ਪੜ੍ਹ ਹੁੰਦਾ। ਕਿਉਂਕਿ ਜਿਵੇਂ ਅਸੀਂ ਹੁਣ ਇੱਥੇ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ, ਇਹ 'ਤੇ ਹੇਕ ਲਾਈਏ, ਇਹ ਪੜ੍ਹ ਹੋਊਗਾ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ। ਇੱਥੇ ਕਈ ਮਾਤਰਾ ਵੱਧ ਗਈਆਂ, ਵਿੱਚ ਐੜਾ ਲੱਗ ਗਿਆ, ਈੜੀ ਦੀ ਆਵਾਜ਼ ਆ ਗਈ, ਪਰ ਇੱਥੇ ਹੈ ਸੱਸਾ ਮੁਕਤਾ ਮੰਮੇ ਨੂੰ ਕੰਨਾ ਵਾਵਾ ਹਾਹੇ ਨੂੰ ਸਿਹਾਰੀ ਸਮਾਵਹਿ। ਬਸ ਇੱਥੇ ਬੋਲ ਕੇ ਛੱਡ ਦੇਣਾ ਤਾਂ ਸ਼ੁੱਧ ਪੜ੍ਹ ਹੋਵੇਗਾ। ਇਸੇ ਤਰ੍ਹਾਂ ਹੀ ਅਸੀਂ ਪੜ੍ਹਿਆ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਇਹਨੂੰ ਵੀ ਇੱਥੇ ਬੋਲ ਕੇ ਛੱਡ ਦੇਣਾ ਲਾਗੋ, ਫਿਰ ਸ਼ੁੱਧ ਪੜ੍ਹ ਹੋਵੇਗਾ। ਜੇ ਅਸੀਂ ਲੰਬਾ ਕਰ ਦੇਵਾਂਗੇ ਲੱਗ, ਫਿਰ ਹਾਹੇ ਨੂੰ ਹੋੜਾ ਲੱਗ ਜਾਵੇਗਾ, ਪਾਠ ਅਸ਼ੁੱਧ ਹੋ ਜਾਵੇਗਾ, ਪਾਠ ਸ਼ੁੱਧ ਨਹੀਂ ਹੋਵੇਗਾ। ਸੋ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਅਸੀਂ ਬਾਣੀ ਵੀ ਸ਼ੁੱਧ ਪੜ੍ਹੀਏ। ਇਹ ਮੇਰੇ ਪਿਆਰਿਆ, ਇਹੋ ਜਿਹਾ ਪਰਮੇਸ਼ਰ ਸਮਰੱਥ ਹੈ, ਉਸ ਨੂੰ ਛੱਡ ਕੇ ਦੱਸੋ ਕੋਈ ਬਕਾਇਆ ਰਹਿ ਗਿਆ ਦੱਸਣ ਦਾ ਕਿ ਆਹ ਚੀਜ਼ ਨਹੀਂ ਮਹਾਰਾਜ ਦਿੰਦੇ। ਉਸ ਨੂੰ ਛੱਡ ਕੇ ਹੋਰ ਪਦਾਰਥਾਂ ਵਿੱਚ ਕਿਸ ਕਰਕੇ ਲੱਗਦਾ ਹੈ। ਗੁਰ ਪ੍ਰਸਾਦ ਨਾਨਕ ਮਨ ਜਾਗੋ। ਭਾਈ ਸਤਿਗੁਰਾਂ ਦੀ ਕਿਰਪਾ ਨਾਲ ਮਨਾ ਜਾਗ ਪਓ, ਪਰਮੇਸ਼ਰ ਦੀ ਤਰਫ ਲੱਗ ਜਾ ਗਿਆਨ ਅਵਸਥਾ ਵਿੱਚ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ। ਭਾਈ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਕੁੱਲ ਦੁਨੀਆ 'ਚ ਮਸ਼ਹੂਰ ਹੈ, ਸਾਰੇ ਲੋਕ ਦੇਸ਼ ਪਰਦੇਸ ਵਿੱਚ ਤੈਨੂੰ ਜਾਣਦੇ ਹਨ। ਤਿਸ ਪ੍ਰਭ ਕੋ ਮੂਲ ਨ ਮਨਹੁ ਬਿਬਿਸਾਰ।
ਤਿਸ ਪ੍ਰਭ ਕੋ ਮੂਲ ਨ ਮਨਹੁ ਬਿਸਾਰ। ਭਾਈ, ਜਿਸ ਪਰਮੇਸ਼ਰ ਦਾ ਕਰਕੇ ਇਸ ਸੰਸਾਰ ਤੇ ਤੇਰੀ ਆਓ ਭਗਤ, ਜਾਣ ਪਛਾਣ, ਕਦਰੋ ਕੀਮਤ ਹੈ, ਸਤਿਕਾਰ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਕਦੇ ਵੀ ਮੂਲ ਵੀ ਉੱਕਾ ਹੀ ਕਦਾ ਚਿੱਤ ਹੀ ਮਨੋ ਨਾ ਭੁਲਾ। ਜਿਹ ਪ੍ਰਸਾਦ ਤੇਰਾ ਪ੍ਰਤਾਪ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਏਡਾ ਤੇਜ ਪ੍ਰਤਾਪ ਹੈ। ਰੇ ਮਨ ਮੂੜ ਤੂੰ ਤਾਕੋ ਜਾਪ। ਬੜੀਆਂ ਬਰੀਕੀ ਵਿੱਚ ਗੱਲਾਂ ਵਿਚਾਰਨਯੋਗ ਹਨ ਕਿ ਅਸੀਂ ਕਿਤੇ ਵਿਚਾਰਦੇ ਨਹੀਂ ਕਿ ਇੱਥੇ ਸਤਿਗੁਰੂ ਨੇ ਤੱਤੇ ਨੂੰ ਇਕੱਲੇ ਦਲੌਂਕੜ ਲਾਏ ਹਨ, ਟਿੱਪੀ ਨਹੀਂ ਲਾਈ। ਪਰ ਅਸੀਂ ਫਿਰ ਵੀ ਇਸ ਨੂੰ ਤੂੰ ਪੜ੍ਹ ਜਾਂਦੇ ਹਾਂ। ਤੂੰ ਟਿੱਪੀ ਲੱਗੇਗੀ ਫਿਰ ਪੜ੍ਹ ਹੋਵੇਗਾ। ਇੱਥੇ ਪੜ੍ਹਨਾ ਹੈ ਤੂੰ। ਤੂੰ ਤੱਤੇ ਦਲੌਂਕੜ ਤੂੰ। ਭਲਾ ਸਤਿਗੁਰੂ ਜੀ ਨੂੰ ਬਿੰਦੀ ਲਾਉਣ ਵਿੱਚ ਕੋਈ ਹਰਜ ਸੀ ਜਾਂ ਸਤਿਗੁਰੂ ਨਹੀਂ ਸੀ ਲਾ ਸਕਦੇ? ਸਤਿਗੁਰੂ ਪੂਰਾ ਕੀ ਨਹੀਂ ਕਰ ਸਕਦਾ? ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਅਸੀਂ ਆਪਣੀ ਚਤੁਰਾਈ ਦਿਮਾਗ ਦੀਆਂ ਦੌੜਾਂ ਕਰਕੇ ਇਸ ਨੂੰ ਤੂੰ ਪੜ੍ਹ ਜਾਂਦੇ ਹਾਂ। ਅਸੀਂ ਕਹਿੰਦੇ ਲਿਖਿਆ ਤੂੰ ਹੀ ਹੈ, ਭਾਵੇਂ ਇਸ ਦਾ ਮੀਨਿੰਗ ਤੂੰ ਹੈ, ਪਰ ਜੋ ਸਤਿਗੁਰਾਂ ਕੱਲੇ ਦਲੌਂਕੜ ਲਾਏ, ਟਿੱਪੀ ਨਹੀਂ ਲਾਈ, ਇਸ ਨੂੰ ਤੂੰ ਪੜ੍ਹਨਾ ਹੈ। ਰੇ ਮਨ ਮੂੜ ਤੂੰ ਤਾਕੋ ਜਾਪ। ਇਹ ਮੇਰੇ ਮਨਾ, ਤੂੰ ਮੂਰਖ ਹੈ, ਤੂੰ ਉਹਦਾ ਜਪ ਨਹੀਂ ਕਰਦਾ। ਉਸ ਪਰਮੇਸ਼ਰ ਨੂੰ ਜਪ ਜੇ ਪਵਿੱਤਰ ਹੋਣਾ ਚਾਹੁੰਦਾ ਹੈ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰੇ ਕਾਰਜ ਵੀ ਪੂਰੇ ਮਹਾਰਾਜ ਕਰਦਾ ਹੈ ਆਪ। ਤਿਸਹਿ ਜਾਨ ਮਨ ਸਦਾ ਹਜੂਰੇ। ਏ ਮੇਰੇ ਮਨਾ, ਤੂੰ ਉਸ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ, ਨੇੜੇ ਤੋਂ ਨੇੜੇ ਜਾਣ। ਜਿਹ ਪ੍ਰਸਾਦ ਤੂੰ ਪਾਵਹਿ ਸਾਚ। ਹਾਂ, ਇੱਥੇ ਤੱਤੇ ਦਲੌਂਕੜ ਉੱਪਰ ਟਿੱਪੀ ਆਈ ਹੈ। ਇਸ ਨੂੰ ਅਸੀਂ ਪੜ੍ਹਨਾ ਹੈ ਤੂੰ। ਪੂਰਾ ਤੂੰ ਪੜ੍ਹ ਕੇ ਨੱਕ ਵਿੱਚ ਆਵਾਜ਼ ਦੇਣੀ ਨਾਲ ਤੂੰ, ਕਿਉਂਕਿ ਟਿੱਪੀ ਦੀ ਆਵਾਜ਼ ਨੱਕ ਵਿੱਚ ਆਉਂਦੀ ਹੈ। ਟਿੱਪੀ ਕਿਤੇ ਵੀ ਲੱਗੀ ਹੋਵੇ, ਕਿਸੇ ਵੀ ਅੱਖਰ ਨੂੰ ਲੱਗੀ ਹੋਵੇ, ਉਸ ਦੀ ਆਵਾਜ਼ ਨੱਕ ਵਿੱਚ, ਸਾਡੀਆਂ ਨਾਸਕਾਂ ਵਿੱਚ ਆਉਣੀ ਚਾਹੀਦੀ ਹੈ। ਜਿਵੇਂ ਪਿੱਛੇ ਅਸੀਂ ਪੜ੍ਹ ਆਏ ਤੱਤੇ ਦਲੌਂਕੜ ਕੱਲਾ, ਉਹ ਤੂੰ, ਉਹਦੀ ਆਵਾਜ਼ ਨਾਸਕਾਂ ਵਿੱਚ ਨਹੀਂ ਆਉਣੀ ਚਾਹੀਦੀ। ਜਿੱਥੇ ਬਿੰਦੀ ਲੱਗੀ ਹੈ ਉੱਪਰ, ਭਾਵ ਟਿੱਪੀ ਲੱਗੀ ਹੈ, ਤੱਤੇ ਦਲੌਂਕੜ ਹੈ, ਉੱਪਰ ਟਿੱਪੀ ਹੈ, ਉਸ ਨੂੰ ਅਸੀਂ ਨਾਸਕਾਂ ਦੇ ਵਿੱਚ ਮਗਰੋਂ ਬੋਲਣਾ ਹੈ ਤੂੰ। ਸਤਿਗੁਰੂ ਫਰਮਾਉਂਦੇ ਭਾਈ, ਜਿਹ ਪ੍ਰਸਾਦ ਤੂੰ ਪਾਵਹਿ ਸਾਚ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਸੱਚ ਦੁਨੀਆ ਵਿੱਚ ਸੱਚਾਈ ਨੂੰ ਪਾਉਂਦਾ ਹੈ, ਸੱਚ ਭਾਵ ਸੁੱਖ ਨੂੰ ਪਾਉਂਦਾ ਹੈ। ਰੇ ਮਨ ਮੇਰੇ ਤੂੰ ਤਾਸਿਓ ਰਾਚ। ਸਭ ਤੋਂ ਲਾਹੇਵੰਦ ਗੱਲ ਤਾਂ ਇਹ ਹੈ ਕਿ ਜਦੋਂ ਵੀ ਅਸੀਂ ਕਥਾ ਸੁਣੀਏ ਨਾਲ ਗੁਟਕਾ ਸਾਹਿਬ ਪ੍ਰਕਾਸ਼ ਕਰ ਲਈਏ। ਜਦੋਂ ਵੀ ਅਸੀਂ ਇਸ ਕਥਾ ਦਾ ਆਨੰਦ ਲੈਣਾ ਹੈ, ਸਰਵਣ ਕਰਨ ਦਾ, ਨਾਲ ਗੁਟਕਾ ਸਾਹਿਬ, ਪੋਥੀ ਸਾਹਿਬ ਪ੍ਰਕਾਸ਼ ਕਰ ਲਓ, ਤਾਂ ਹੀ ਸਾਨੂੰ ਅੱਖਰਾਂ ਦਾ ਵੀ ਗਿਆਨ ਹੋਵੇਗਾ ਕਿ ਕਿੱਥੇ ਟਿੱਪੀ ਲੱਗੀ ਹੈ, ਕਿੱਥੇ ਨਹੀਂ ਲੱਗੀ। ਇੱਥੇ ਫਿਰ ਤੱਤੇ ਦਲੌਂਕੜ ਉੱਪਰ ਟਿੱਪੀ ਲੱਗੀ ਹੈ। ਰੇ ਮਨ ਮੇਰੇ ਤੂੰ ਤਾਸਿਓ ਰਾਚ। ਜਿੱਥੇ ਤਾ ਹੈ ਉੱਥੇ ਤਾਂ ਨਹੀਂ ਪੜ੍ਹਨਾ, ਬਿੰਦੀ ਨਹੀਂ ਲੱਗੀ ਤੱਤੇ ਨੂੰ ਕੰਨਾ ਲਾ ਕੇ, ਕੱਲਾ ਤੱਤੇ ਨੂੰ ਕੰਨਾ ਹੈ। ਤਾਸਿਓ ਰਾਚ। ਤਾਂ ਤੇ ਤਾ ਵਿੱਚ ਬਹੁਤ ਫਰਕ ਹੈ। ਤਾ ਹੁੰਦਾ ਉਹਦੇ ਸੰਗ, ਉਹਦੇ ਵਿੱਚ ਰਚ ਜਾ, ਉਹਦਾ ਸਿਮਰਨ ਕਰ। ਤਾਂ ਹੁੰਦਾ ਵੱਖਰੀ ਜੀ ਗੱਲ ਵੀ ਤਾਂ ਰਚਣਾ ਹੈ। ਇਹ ਮੇਰੇ ਪਿਆਰੇ ਮਨਾ, ਤੂੰ ਉਸ ਵਾਹਿਗੁਰੂ ਨੂੰ ਰਚਨਾ ਕਰ, ਭਾਵ ਉਸ ਨੂੰ ਚੇਤੇ ਕਰਨਾ ਕਰ। ਜਿਹ ਪ੍ਰਸਾਦ ਸਭ ਕੀ ਗਤ ਹੋਏ। ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ
ਸਭਨਾਂ ਦੀ ਮੁਕਤੀ ਹੋ ਸਕਦੀ ਹੈ। ਭਾਈ ਜਿਸ ਨੂੰ ਸਦਨੇ ਵਰਗੇ ਔਰ ਧੰਨੇ ਭਗਤ ਵਰਗੇ ਭਗਤ ਬਣ ਗਏ। ਸਤਿਗੁਰੂ ਜੀ ਨੇ ਇੱਥੋਂ ਤੱਕ ਜਦੋਂ ਨਾਮ ਜਪਣ ਦੀ ਗੱਲ ਆਈ ਤੇ ਸਤਿਗੁਰੂ ਜੀ ਨੇ 2 ਬਾਲਕਾਂ ਦਾ ਉੱਥੇ ਨਾਮ ਲੈ ਦਿੱਤਾ। ਕਿਸੇ ਵੱਡੇ ਭਗਤ ਦਾ ਨਾਮ ਨਹੀਂ ਲਿਆ, ਕਿਸੇ ਹੋਰ ਜ਼ਿਆਦੀ ਉਮਰ ਵਾਲੇ ਦਾ ਨਾਮ ਨਹੀਂ ਲਿਆ। ਸਤਿਗੁਰੂ ਨੇ 5 ਤੇ 7 ਸਾਲ ਦੀ ਉਮਰ ਦੇ ਧਰੂ ਤੇ ਪ੍ਰਹਿਲਾਦ ਜੀ ਦਾ ਨਾਮ ਬੜੇ ਪਵਿੱਤਰ ਲਫ਼ਜ਼ਾਂ ਵਿੱਚ ਗੁਰਬਾਣੀ ਵਿੱਚ ਗਾਇਨ ਕੀਤਾ ਹੈ। ਸਤਿਗੁਰੂ ਜੀ ਉੱਥੇ ਫਰਮਾਉਂਦੇ ਹਨ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਭਾਈ ਤੂੰ ਨਾਮ ਨੂੰ ਜਪ ਜਿਵੇਂ ਧਰੂ ਨੇ ਜਪਿਆ, ਤੂੰ ਨਾਮ ਨੂੰ ਜਪ ਜਿਵੇਂ ਪ੍ਰਹਿਲਾਦ ਜੀ ਨੇ ਜਪਿਆ। ਸਤਿਗੁਰੂ ਕਹਿੰਦੇ, ਨਾਨਕ ਜਾਪ ਜਪੈ ਜਪ ਸੋਏ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ ਜਾਪ ਨੂੰ ਪਿਛਲੇ ਭਗਤ ਜਪਦੇ ਸੀ, ਹੁਣ ਵੀ ਜਪਦੇ ਆ, ਅੱਗੇ ਵੀ ਜਪਣਗੇ। ਸੋ ਜੋ ਜਾਪ ਜਪਣੇ ਯੋਗ ਪਰਮੇਸ਼ਰ ਆ, ਉਸ ਦੇ ਜਾਪ ਨੂੰ ਮਨ ਬਾਣੀ ਸਰੀਰ ਕਰਕੇ ਜਪਦੇ ਜਿਹੜੇ, ਉਹਨਾਂ ਦੇ ਪਾਪ ਸਾਰੇ ਜ਼ਬਤ ਹੋ ਜਾਂਦੇ ਆ। ਸੋ ਜਪਣੇ ਯੋਗ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ। ਮਨ ਬਾਣੀ ਸਰੀਰ ਕਰਕੇ ਅਸੀਂ ਉਸ ਦੇ ਜਾਪ ਨੂੰ ਜਪਦੇ ਹਾਂ। ਤੁਸੀਂ ਵੀ ਸਾਰੇ ਉਸ ਪਰਮੇਸ਼ਰ ਦੇ ਜਾਪ ਨੂੰ ਭਾਈ ਜਪਣਾ ਕਰੋ, ਉਸ ਦੇ ਤਾਈਂ ਉਹਦੇ ਗੁਣਾਂ ਨੂੰ ਧਿਆਉਣਾ ਕਰੋ। ਆਪ ਜਪਾਏ ਜਪੈ ਸੋ ਨਾਉ। ਅਰਦਾਸ ਕਰੋ, ਹੰਕਾਰ ਨਾ ਕਰੋ ਕਿ ਸਾਡੀ ਲਿਵ ਲੱਗੀ ਹੈ। ਜਿਹਨੂੰ ਜਦੋਂ ਫੁਰਨਾ ਫੁਰ ਜਾਵੇ ਉਦੋਂ ਜਾਪ ਨਹੀਂ ਹੋ ਸਕਦਾ। ਸੋ ਆਪ ਮਹਾਰਾਜ ਜਿਨ੍ਹਾਂ ਨੂੰ ਜਪਾਉਂਦਾ ਹੈ ਉਹੀ ਆਪ ਦੇ ਅੰਮ੍ਰਿਤ ਨਾਮ ਨੂੰ ਜਪ ਸਕਦੇ ਹਨ। ਆਪ ਗਾਵਾਏ ਸੋ ਹਰ ਗੁਣ ਗਾਓ। ਭਾਈ ਜਿਨ੍ਹਾਂ ਤੋਂ ਆਪ ਮਹਾਰਾਜ ਆਪ ਦੇ ਗੁਣਾਂ ਨੂੰ ਉਚਰਾਉਂਦੇ ਹਨ, ਭਾਵ ਗੁਣ ਗਣਵਾਉਂਦੇ ਹਨ, ਕੀਰਤਨ ਜਪਾ ਕੇ ਹਰੀ ਦੇ ਆਪ ਦੇ ਗੁਣਾਂ ਨੂੰ ਗਾਉਂਦੇ ਹਨ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਇਹ ਪ੍ਰਭੂ ਆਪ ਦੀ ਕਿਰਪਾਲਤਾ ਕਰਕੇ ਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਬਿਗਾਸ। ਇਹ ਪਰਮੇਸ਼ਰ ਆਪ ਦੀ ਦਇਆਲਤਾ ਕਰਕੇ ਹੀ ਰਿਦਾ ਕੌਲ ਖਿੜਦਾ ਹੈ। ਕਰੁਣਾ ਮੈਤਰੀ ਪੰਖੜੀਆਂ ਖਿੜ ਆਉਂਦੀਆਂ ਹਨ, ਫਿਰ ਭਗਤੀ ਰੂਪ ਖੁਸ਼ਬੂ ਨਿਕਲ ਆਉਂਦੀ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ। ਜਿਨ੍ਹਾਂ ਉੱਤੇ ਭਲੀ ਪ੍ਰਕਾਰ ਪ੍ਰਭੂ ਜੀ ਆਪ ਪ੍ਰਸੰਨ ਹੁੰਦੇ ਹੋ, ਉਹਨਾਂ ਦੇ ਮਨ ਵਿੱਚ ਆਪ ਦਾ ਸਰੂਪ ਵਸਦਾ ਹੈ। ਪ੍ਰਭ ਦਇਆ ਤੇ ਮਤ ਊਤਮ ਹੋਏ। ਇਹ ਵਾਹਿਗੁਰੂ ਆਪ ਦੀ ਦਇਆਲਤਾ ਕਰਕੇ ਉੱਤਮ ਮਤ ਹੁੰਦੀ ਹੈ। ਜੀਵਾਂ ਦੇ ਤਾਈਂ ਸਾਰਿਆਂ ਗੁਣਾਂ ਦੇ ਸਹਿਤ ਹੋ ਕੇ ਫਿਰ ਆਪਣਾ ਮਾਣ ਨਹੀਂ ਕਰਨਾ, ਇਉਂ ਅਰਦਾਸ ਕਰਨੀ ਹੈ। ਇਹ ਮਹਾਰਾਜ ਆਪ ਦੀ ਦਇਆਲਤਾ ਕਰਕੇ ਹੀ ਉੱਤਮ ਮਤ ਪ੍ਰਾਪਤ ਹੁੰਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਇੱਥੇ ਅਸੀਂ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੜ੍ਹਨਾ ਹੈ। ਮੱਮਾ ਮੁਕਤਾ ਹੈ, ਐੜੇ ਨੂੰ ਈੜੀ ਨੂੰ ਸਿਹਾਰੀ ਹੈ, ਆੜੇ ਨੂੰ ਕੰਨਾ ਹੈ। ਕਈ ਵਾਰੀ ਅਸੀਂ ਮਾਇਆ ਪੜ੍ਹ ਜਾਂਦੇ ਹਾਂ ਜਾਂ ਅਸੀਂ ਇਸ ਨੂੰ ਮਾਇਆ ਪੜ੍ਹ ਜਾਂਦੇ ਹਾਂ। ਇਸ ਨੂੰ ਪੜ੍ਹਨਾ ਮਾਇਆ। हे ਮਹਾਰਾਜ, ਸਾਰੇ ਖਜ਼ਾਨੇ ਆਪ ਦੀ ਕਿਰਪਾ ਦ੍ਰਿਸ਼ਟੀ ਵਿੱਚ ਹੀ ਹੈ। ਆਪ ਕਛੂ ਨ ਕਿਨਹੂ ਲਿਆ। ਇੱਥੇ ਲਿਆ ਨੂੰ ਅਸੀਂ ਪੜ੍ਹ ਜੰਨੇ ਲਿਆ, ਅਸੀਂ ਵਿੱਚੋਂ ਈੜੀ ਕੱਢ ਹੀ ਦਿੰਦੇ ਹਾਂ ਤੇ ਲੱਲੇ ਨੂੰ ਸਿਹਾਰੀ ਲਾ ਕੇ ਆੜੇ ਨੂੰ ਕੰਨਾ ਬੋਲ ਜਾਂਦੇ ਲਿਆ। ਇਹ ਹੈ ਲੱਲਾ ਮੁਕਤਾ, ਈੜੀ ਨੂੰ ਸਿਹਾਰੀ ਆੜੇ ਨੂੰ ਕੰਨਾ ਲਿਆ। ਆਪੋ ਮਹਾਰਾਜ ਲੋਕ ਯਤਨ ਬਹੁਤ ਕਰਦੇ, ਹੰਗਤਾ ਸਹਿਤ ਹਉਮੈ ਦੇ ਸਹਿਤ ਹੁੰਦਿਆਂ ਹੋਇਆਂ, ਵਾਸ਼ਨਾ ਦੇ ਬੱਧਿਆਂ ਹੋਇਆਂ ਕਿਸੇ ਨੇ ਆਪਣੀ ਵੱਲੋਂ ਨਹੀਂ ਕੁਝ ਪ੍ਰਾਪਤ ਕਰ ਲਿਆ।
ਆਪ ਦੀ ਬਖਸ਼ਿਸ਼ ਜਿਹਨੂੰ ਮਿਲੀ ਹੈ ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ। ਜਿਤ ਜਿਤ ਲਾਵਹੁ ਤਿਤ ਲੱਗਹਿ ਹਰ ਨਾਥ। ਸਾਰੇ ਸੰਸਾਰ ਬਾਬਤ ਅਰਦਾਸ ਕਰਦੇ, ਹੇ ਪਰਮੇਸ਼ਰ, ਜਿਸ ਜਿਸ ਪਾਸੇ ਤੁਸੀਂ ਲਾਉਂਦੇ ਹੋ ਜੀਵਾਂ ਦੀ ਵਾਸ਼ਨਾ ਅਨੁਸਾਰ ਉਸ ਪਾਸੇ ਨਾਥ ਸੁਆਮੀ ਸਰਬ ਕੇ ਜੀਵ ਲੱਗਦੇ ਹਨ। ਨਾਨਕ ਇਨ ਕੈ ਕਛੂ ਨ ਹਾਥ। ਇਹ ਵਿਚਾਰੇ ਮਹਾਰਾਜ ਅਲਪਗਤਾ ਦੇ ਗ੍ਰਸੇ ਹੋਏ, ਅਵਿਦਿਆ ਦੇ ਗ੍ਰਸੇ ਹੋਏ ਜੀਵ ਹਨ। ਇਹਨਾਂ ਦੇ ਆਪ ਹੱਥ ਕੁਝ ਨਹੀਂ, ਅਧੀਨ ਕੁਝ ਨਹੀਂ ਕਰ ਸਕਦੇ। ਆਪ ਕਿਰਪਾ ਕਰਕੇ ਮਹਾਰਾਜ ਆਪ ਜਿਸ ਜਿਸ ਪਾਸੇ ਲਾਉਂਦੇ ਭਾਉ ਭਗਤੀ ਚਲਾਓ ਤਾਂ ਲੱਗ ਸਕਦੇ ਹਾਂ। ਇਹਨਾਂ ਦੇ ਹੱਥ ਕੀ ਹੈ ਜਿਵੇਂ ਅਸੀਂ ਕੁਝ ਕਰ ਸਕੀਏ। ਤੁਸੀਂ ਸਰਬ ਕਲਾ ਸਮਰੱਥ ਹੋ। ਕਿਰਪਾ ਕਰਕੇ ਆਪ ਦੇ ਨਾਮ ਵਿੱਚ ਆਪ ਹੀ ਲਾਉਣਾ ਕਰੋ ਸਾਨੂੰ ਕਲਯੁਗੀ ਜੀਵਾਂ ਨੂੰ। ਸੋ ਸਾਧ ਸੰਗਤ ਜੀ, ਇਹ ਸੀ 6ਵੀਂ ਅਸ਼ਟਪਦੀ ਦੀ ਮੁਕੰਮਲ ਵਿਚਾਰ ਹੋ ਚੁੱਕੀ ਹੈ 6ਵੀਂ ਅਸ਼ਟਪਦੀ ਤੱਕ। ਸੋ ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਬਖਸ਼ਣਹਾਰ ਹਨ, ਬਖਸ਼ ਲੈਣਾ। ਆਓ ਇਸ ਅਸ਼ਟਪਦੀ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਨੂੰ ਗਾ ਕੇ ਪੜ੍ਹ ਕੇ ਸਰਵਣ ਕਰਨਾ ਕਰੀਏ। ਜਿਤ ਜਿਤ ਲਾਵਹੁ ਤਿਤ ਲੱਗਹਿ ਹਰ ਨਾਥ। ਨਾਨਕ ਇਨ ਕੈ ਕਛੂ ਨ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।